ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਅਸੀਂ ਇੱਕ ਵਿਸ਼ਾ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ। ਉਹਦਾ ਸਿਰਲੇਖ ਆਸਾ ਰਾਗ ਦਾ ਸ਼ਬਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 393 ਦੇ ਉੱਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੈ। ਉਹਦੀ ਰਹਾਉ ਦੀ ਪੰਕਤੀ ਹੈ, ਗੁਰ ਪ੍ਰਸਾਦ ਹੋਏ ਆਨੰਦ ਪਾਵੈ, ਜਿਸ ਸਿਮਰਤ ਮਨ ਹੋਏ ਪ੍ਰਗਾਸਾ, ਤਾਂ ਕਿ ਗਤਮਿਤ ਕਹਿਣ ਨਾ ਜਾਵੈ। ਰਹਾਉ। ਇਹਦੇ ਵਿੱਚ ਸਤਿਗੁਰੂ ਜੀ ਨੇ ਪ੍ਰਸਾਦ ਦੀ ਤੇ ਆਨੰਦ ਦੀ ਗੱਲ ਕੀਤੀ ਹੈ। ਜੇ ਅਸੀਂ ਸ਼ਬਦ ਨੂੰ ਥੋੜ੍ਹਾ ਜਿਹਾ ਵਿਚਾਰ ਲਈਏ ਤਾਂ ਆਮ ਦੀ ਸਾਡੇ ਜੀਵਨ ਦੇ ਵਿੱਚ ਇਹ ਸ਼ਬਦ ਅਸੀਂ ਇਸਤੇਮਾਲ ਕਰਦੇ ਹਾਂ, ਜਿਹਨੂੰ ਅਸੀਂ ਆਨੰਦ ਲਫ਼ਜ਼ ਕਹਿੰਦੇ ਹਾਂ। ਆਮ ਹੀ ਇਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣਿਆ ਹੋਇਆ ਹੈ ਤੇ ਆਨੰਦ ਦੀ ਚਾਹਵਾਨ ਹਰ ਮਨੁੱਖ ਹੈ, ਭਾਵੇਂ ਉਹ ਦੁਨਿਆਵੀ ਪੱਖ ਤੋਂ ਵੀ ਹੋਵੇ, ਉਹਦੇ 'ਚ ਹੀ ਆਨੰਦ ਦੀ ਇੱਕ ਆਮ ਸ਼ਬਦ ਇਸਤੇਮਾਲ ਕਰਦਾ ਹੈ। ਔਰ ਆਨੰਦ ਦਾ ਮਨੁੱਖ ਦਾ ਇੱਕ ਸੁਭਾਅ ਹੈ ਕਿ ਇਹ ਆਨੰਦ ਦੀ ਲੋਚਾ ਰੱਖਦਾ ਹੈ। ਇਹ ਸੁਭਾਅ ਹੈ, ਕਿਉਂਕਿ ਮਨੁੱਖ ਦੀ ਇੱਛਾ ਆਨੰਦ ਵੱਲ ਕਿਉਂ ਹੈ, ਇੱਕ ਸੁਭਾਵਿਕ ਦੀ ਗੱਲ ਹੈ। ਕਿਉਂਕਿ ਮਨੁੱਖ ਆਨੰਦ ਸਾਗਰ ਤੋਂ ਪੈਦਾ ਹੋਇਆ ਹੈ, ਆਨੰਦ ਸਾਗਰ ਤੋਂ ਉਹਦਾ ਜਨਮ ਹੋਇਆ ਹੈ, ਆਨੰਦ ਸਾਗਰ ਤੋਂ ਇਹ ਵੱਖਰਾ ਹੋ ਕੇ ਆਇਆ। ਅਧਿਆਤਮਿਕਵਾਦ ਦੀ ਗੱਲ ਕਰ ਰਿਹਾ ਹਾਂ। ਇੱਕ ਐਸੇ ਪਿਆਰੇ ਤੋਂ, ਪ੍ਰੀਤਮ ਤੋਂ ਜੁਦਾ ਹੋ ਕੇ ਆਇਆ ਹੈ ਜੋ ਆਨੰਦ ਹੀ ਆਨੰਦ ਹੈ, ਜਿੱਥੇ ਹੈ ਹੀ ਆਨੰਦ, ਹੈ ਹੀ ਖੇੜਾ, ਹੈ ਹੀ ਸੁੰਦਰਤਾ, ਹੈ ਹੀ ਉੱਥੇ ਹਰ ਵੇਲੇ ਬਸ ਖੜਾਓ ਹੀ ਖੜਾਓ ਹੈ। ਉਸ ਆਨੰਦ ਸਾਗਰ ਤੋਂ ਇਹ ਮਨੁੱਖ ਪੈਦਾ ਹੋ ਕੇ ਆਇਆ ਹੈ ਤੇ ਜਿਸ ਆਨੰਦ ਸਾਗਰ ਤੋਂ ਪੈਦਾ ਹੋਇਆ ਹੈ, ਇਸ ਵਾਸਤੇ ਆਨੰਦ ਦੀ ਇੱਛਾ ਵੀ ਇੱਕ ਕੁਦਰਤੀ ਜਿਹੀ ਬਾਤ, ਨੈਚੁਰਲ ਜਿਹੀ ਚੀਜ਼ ਬਣ ਜਾਂਦੀ ਹੈ। ਔਰ ਨੈਚੁਰਲ ਚੀਜ਼ ਹੋਣੀ ਵੀ ਚਾਹੀਦੀ ਹੈ। ਇੱਛਾ ਇਹ ਚੰਗੀ ਹੈ, ਇੱਛਾ ਮਾੜੀ ਨਹੀਂ ਹੈ। ਨਾ ਹੀ ਆਨੰਦ ਦੀ ਇੱਛਾ ਕੋਈ ਰੱਖਣੀ ਮਾੜੀ ਚੀਜ਼ ਹੈ, ਹੋਣੀ ਵੀ ਚਾਹੀਦੀ ਹੈ। ਪਰ ਇਹ ਮਨੁੱਖ ਉਸ ਪਰਮਾਤਮਾ ਦੀ ਰਚੀ ਹੋਈ ਇੱਕ ਦੂਜੀ ਖੇਡ ਮਾਇਆ, ਉਹਦੇ ਰੰਗਾਂ ਰੂਪਾਂ ਵਿੱਚ ਇੰਨਾ ਮਸਤ ਹੋ ਗਿਆ ਹੈ, ਇੰਨਾ ਕੁ ਮਸਤ ਹੋ ਗਿਆ ਹੈ ਕਿ ਇਹ ਆਨੰਦ ਦੇ ਪਰਛਾਵੇਂ ਨੂੰ ਹੀ ਆਨੰਦ ਸਮਝ ਬੈਠਾ ਹੈ। ਆਨੰਦ ਦੇ ਪਰਛਾਵੇਂ ਨੂੰ ਹੀ ਆਨੰਦ ਸਮਝ ਬੈਠਾ ਹੈ। ਜਿਵੇਂ ਕੋਈ ਮਨੁੱਖ ਗਲਤੀ ਖਾ ਜਾਏ, ਭੁਲੇਖਾ ਖਾ ਜਾਏ, ਉਹ ਕਿਸੇ ਦਰਖਤ ਦੀ, ਕਿਸੇ ਰੁੱਖ ਦੀ ਛਾਂ ਨੂੰ ਹੀ ਰੁੱਖ ਸਮਝ ਬੈਠੇ, ਤੇ ਇਹ ਗਲਤੀ ਰੁੱਖ ਦੀ ਨਹੀਂ, ਇਨਸਾਨ ਦੀ ਹੈ। ਇਨਸਾਨ ਰੱਸੀ ਨੂੰ ਸੱਪ ਸਮਝ ਬੈਠੇ, ਤੇ ਇਹ ਗਲਤੀ ਰੱਸੀ ਦੀ ਨਹੀਂ, ਇਨਸਾਨ ਦੀ ਹੈ।
ਇਨਸਾਨ ਆਪਣੇ ਪਰਛਾਵੇਂ ਨੂੰ ਹੀ ਤੁਰਿਆ ਜਾਂਦਾ ਇਨਸਾਨ ਸਮਝ ਲਵੇ ਤਾਂ ਫਿਰ ਗਲਤੀ ਉਹਦੀ ਆਪਣੀ ਹੈ, ਪਰਛਾਵੇਂ ਦੀ ਨਹੀਂ। ਪਰਛਾਵਾਂ ਪਰਛਾਵਾਂ ਹੁੰਦਾ, ਅਸਲ ਅਸਲ ਹੁੰਦਾ ਹੈ। ਜਿਹੜਾ ਮਨੁੱਖ ਪਰਛਾਵਿਆਂ ਨਾਲ ਪਿਆਰ ਪਾਉਂਦਾ ਹੈ, ਉਹ ਮਨੁੱਖ ਆਨੰਦ ਦਾ ਘਰ ਵਿੱਚ ਨਹੀਂ ਜਾ ਸਕਦਾ, ਉਹ ਆਨੰਦ ਦੇ ਘਰ ਵਿੱਚ ਨਹੀਂ ਜਾ ਸਕਦਾ। ਜਿਹੜਾ ਮਨੁੱਖ ਪਰਛਾਵੇਂ ਦੇ ਨਾਲ ਸਾਂਝ ਰੱਖਦਾ ਹੈ, ਔਰ ਪਰਛਾਵਾਂ ਕਦੇ ਵੀ ਅਸਲੀਅਤ ਨਹੀਂ ਹੁੰਦਾ, ਔਰ ਪਰਛਾਵਾਂ ਕਦੇ ਵੀ ਆਨੰਦ ਨਹੀਂ ਹੁੰਦਾ। ਜਿਹੜਾ ਅਸਲੀ ਨਹੀਂ ਹੈ ਉਹ 'ਚ ਆਨੰਦ ਨਹੀਂ ਹੈ। ਜਿਹੜਾ ਵੇਖਣ ਨੂੰ ਕੁਝ ਹੋਰ ਹੈ, ਅਸਲੀਅਤ ਵਿੱਚ ਕੁਝ ਹੋਰ ਹੈ, ਉਹਦੇ ਵਿੱਚ ਆਨੰਦ ਨਹੀਂ ਹੈ, ਉਹਦੇ ਵਿੱਚ ਆਨੰਦ ਨਹੀਂ ਹੈ। ਪਰਛਾਵੇਂ ਵੇਖਣ ਨੂੰ ਕੁਝ ਹੋਰ ਨੇ, ਲੇਕਿਨ ਅਸਲੀਅਤ ਉਹਨਾਂ ਦੀ ਕੁਝ ਹੋਰ ਹੈ, ਉਹਨਾਂ ਦਾ ਸੁਭਾਅ ਕੁਝ ਹੋਰ ਹੈ, ਉਹ ਅਸਲੀਅਤ ਨਹੀਂ ਹੈ। ਤੇ ਪਰਛਾਵੇਂ ਨੂੰ ਕੋਈ ਫੜਨ ਦਾ ਯਤਨ ਕਰੇ, ਪਰਛਾਵਾਂ ਕਦੀ ਹੱਥ ਵਿੱਚ ਵੀ ਨਹੀਂ ਆਉਂਦਾ। ਉਹ ਭਾਵੇਂ ਆਪਣਾ ਵੀ ਹੋਵੇ। ਦੇਖੋ ਤੁਸੀਂ, ਦੁਪਹਿਰ ਦੇ ਟਾਈਮ ਪਰਛਾਵੇਂ ਛੋਟੇ ਹੋ ਜਾਂਦੇ ਨੇ, ਸਵੇਰ ਸ਼ਾਮ ਦੇ ਟਾਈਮ ਪਰਛਾਵੇਂ ਵੱਡੇ ਹੋ ਜਾਂਦੇ ਨੇ। ਤੁਸੀਂ ਕਦੀ ਪੈਦਲ ਚੱਲ ਕੇ ਵੇਖੀਏ, ਆਪਣੇ ਅੱਗੇ ਅੱਗੇ ਸਾਡੇ ਪਰਛਾਵਾਂ ਚੱਲਣਾ ਸ਼ੁਰੂ ਕਰ ਦਿੰਦਾ। ਅਸੀਂ ਚੱਲ ਰਹੇ ਹਾਂ, ਪਰਛਾਵਾਂ ਸਾਡਾ ਹੈ। ਅਸੀਂ ਰੁਕ ਗਏ, ਪਰਛਾਵਾਂ ਵੀ ਰੁਕ ਜਾਏਗਾ, ਕਿਉਂਕਿ ਪਰਛਾਵਾਂ ਅਸਲੀਅਤ ਨਹੀਂ ਹੈ। ਇੱਕ ਭੁਲੇਖਾ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹੈ। ਪਰਛਾਵਾਂ ਪਰਛਾਵਾਂ ਹੈ, ਅਸਲੀਅਤ ਅਸਲੀਅਤ ਹੈ। ਕਦੇ ਪਰਛਾਵਾਂ ਕਦੀ ਟਿਕਦਾ ਵੀ ਨਹੀਂ ਹੈ, ਇਹ ਗੱਲ ਖਿਆਲ ਕਰਨਾ। ਆਨੰਦ ਕਾਹਦਾ ਹੈ ਜੋ ਟਿਕੇ ਹੀ ਨਾ। ਆਨੰਦ ਤਾਂ ਟਿਕਾਊ ਹੈ, ਆਨੰਦ ਤਾਂ ਪੂਰਨ ਖੇੜਾ ਹੈ, ਆਨੰਦ ਤਾਂ ਖੁਸ਼ੀ ਹੈ, ਉਹ ਖੁਸ਼ੀ ਜਿਹੜੀ ਕਦੀ ਖਤਮ ਨਹੀਂ ਹੁੰਦੀ। ਖੁਸ਼ੀ ਤੋਂ ਵੀ ਉੱਪਰ ਲਫ਼ਜ਼ ਦੀ ਸਟੇਜ ਹੈ ਆਨੰਦ ਦੀ। ਤੇ ਜਿਹੜੀ ਚੀਜ਼ ਟਿਕਦੀ ਨਹੀਂ, ਉਹ ਆਨੰਦ ਨਹੀਂ ਹੋ ਸਕਦਾ। ਮਨੁੱਖ ਦਾ ਇੱਕ ਸੁਭਾਅ ਕੀ ਹੈ, ਸਵੇਰੇ ਉੱਠ ਕੇ ਪੁੱਛੋ, ਕੋਈ ਗੱਲ ਕਰੀਏ, ਕੋਈ ਮਿਲੇ, ਹਾਂ ਭਾਈ ਕੀ ਹਾਲ ਹੈ, ਕਿਸ ਤਰ੍ਹਾਂ ਹੈ, ਕਹਿੰਦਾ ਬੜਾ ਆਨੰਦ ਹੈ। ਉਹਦਾ ਜਵਾਬ ਬੜਾ ਸੌਖਾ ਜਿਹਾ ਹੁੰਦਾ, ਬੜਾ ਆਨੰਦ ਹੈ ਜੀ। ਸ਼ਾਮ ਨੂੰ ਉਸੇ ਮਨੁੱਖ ਨੂੰ ਪੁੱਛ ਕੇ ਦੇਖ ਲਈਏ ਵੀ ਹੁਣ ਕੀ ਹਾਲ ਹੈ, ਕਿ ਬੜਾ ਦੁਖੀ ਆ, ਅੱਜ ਤੱਕ ਮੁਸੀਬਤਾਂ ਹੀ ਬੜੀਆਂ ਆ ਗਈਆਂ ਜ਼ਿੰਦਗੀ 'ਚ, ਜੀਵਨ ਦਾ ਸਫ਼ਰ ਬੜਾ ਔਖਾ ਹੈ, ਬੜਾ ਦੁਖੀ ਹੈ। ਮਨੁੱਖ ਜਿਹੜਾ ਸਵੇਰੇ ਖੁਸ਼ੀ ਵਿੱਚ ਹੱਸਦਾ ਸੀ, ਉਹ ਸ਼ਾਮ ਨੂੰ ਦੁੱਖਾਂ ਵਿੱਚ ਰੋਂਦਾ ਹੈ। ਜੀਵਨ ਤਾਂ ਹੈ ਤਾਂ ਇਹੋ ਕੁਝ ਹੀ ਹੈ ਨਾ। ਜੀਵਨ ਮਨੁੱਖ ਦਾ ਸੰਸਾਰ ਵਿੱਚ ਅਸੀਂ ਦੇਖਦੇ ਕੀ ਇਹੋ ਕੁਝ ਹੀ ਵੇਖਦੇ ਹਾਂ ਵੀ ਉਹ ਜੀਵਨ ਦੀ ਕਹਾਣੀ ਹਰ ਮਨੁੱਖ ਦੀ ਹੋਈ ਹੈ। ਫਿਰ ਉਹ ਆਨੰਦ ਕਾਹਦਾ ਜੋ ਕਦੀ ਹੱਸ ਪਵੇ ਕਦੀ ਰੋ ਪਵੇ, ਉਹ ਆਨੰਦ ਕਾਹਦਾ ਹੈ? ਇਹਦਾ ਮਤਲਬ ਆਨੰਦ ਨਹੀਂ ਹੋਇਆ। ਉਹ ਆਨੰਦ ਹੈ ਹੀ ਨਹੀਂ ਜਿਸ ਨੂੰ ਅਸੀਂ ਆਨੰਦ ਸਮਝ ਬੈਠੇ। ਅਸੀਂ ਖੁਸ਼ੀ ਨੂੰ ਆਨੰਦ ਸਮਝ ਲਿਆ, ਅਸੀਂ ਦੁਨੀਆ ਦੇ ਸਾਧਨਾਂ ਨੂੰ ਆਨੰਦ ਸਮਝ ਲਿਆ, ਅਸੀਂ ਦੁਨੀਆ ਦੇ ਪਦਾਰਥਾਂ ਨੂੰ ਆਨੰਦ ਸਮਝ ਲਿਆ। ਤੇ ਗੁਰੂ ਸਾਹਿਬ ਜੀ ਤਾਂ ਕਹਿੰਦੇ ਨੇ ਇਹ ਆਨੰਦ ਹੈ ਨਹੀਂ ਸੀ, ਇਹ ਪਰਛਾਵਾਂ ਸੀ। ਤੇ ਪਰਛਾਵੇਂ ਚੋਂ ਅਸੀਂ ਅਸਲੀਅਤ ਲੱਭ ਰਹੇ ਹਾਂ। ਦੁਨੀਆ ਦੇ ਪਦਾਰਥ, ਦੁਨੀਆ ਦਾ ਰੰਗ ਰੂਪ, ਦੁਨੀਆ ਦੀ ਮਾਇਆ, ਦੁਨੀਆ ਦਾ ਪਸਾਰਾ ਉਸ ਦਾ ਪਰਛਾਵਾਂ ਹੈ। ਅਸਲੀਅਤ ਉਹ ਆਨੰਦ ਹੈ, ਤੇ ਆਨੰਦ ਦਾ ਸੋਮਾ ਮਾਲਕ ਹੈ, ਤੇ ਆਨੰਦ ਦੀ ਪ੍ਰਾਪਤੀ ਵੀ ਮਾਲਕ ਕੋਲੋਂ ਹੀ ਹੁੰਦੀ ਹੈ। ਕਿਉਂਕਿ ਜੋ ਆਨੰਦ ਦੀ ਖੇਡ ਹੈ, ਆਨੰਦ ਸਾਗਰ ਤੋਂ ਪੈਦਾ ਹੋਇਆ, ਤੇ ਆਨੰਦ ਸਾਗਰ ਵਿੱਚ ਇਸ ਨੇ ਜਾ ਕੇ ਲੀਨ ਹੋਣਾ। ਤੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਫਿਰ ਆਨੰਦ ਕੀ ਹੈ? ਸਤਿਗੁਰੂ ਜੀ ਜਵਾਬ ਦੇਣਗੇ, ਸਾਨੂੰ ਉਹਦੀ ਪਰਿਭਾਸ਼ਾ ਦੇਣਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ। ਉਹ ਜਵਾਬ ਕੀ ਹੈ? ਉਹ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ। ਤੈਸਾ ਸੁਵਰਨ
तैसी उस माटी, तैसा अमृत, तैसी बिख खाटी, तैसा मान, तैसा अभिमान, तैसा रंक, तैसा राजान, वह जो वरताए साई जुगत, नानक वो पुरख कही है जीवन मुक्त। ਹੁਣ ਕਹਾਣੀ ਤਾਂ ਸਾਰੀ ਇਹ ਹੈ, ਆਨੰਦ ਤਾਂ ਸਾਰਾ ਇੱਥੇ ਸੀ। ਜਿਹੜਾ ਮਨੁੱਖ ਮਨ ਵਿੱਚ ਉਸ ਦੀ ਰਜ਼ਾ ਨੂੰ ਮੰਨ ਲੈਂਦਾ ਹੈ, ਅਸਲ 'ਚ ਉਹੀ ਜੀਵਨ ਮੁਕਤ ਹੈ। ਤੇ ਰਜ਼ਾ ਨੂੰ ਮੰਨ ਲੈਣਾ ਹੀ ਆਨੰਦ ਹੈ, ਹੁਕਮ ਰਜ਼ਾਈ ਹੋ ਜਾਣਾ ਹੀ ਆਨੰਦ ਹੈ, ਹੁਕਮ ਦੀ ਖੇਡ ਵਿੱਚ ਆਪਣੇ ਆਪ ਨੂੰ ਸਮਾ ਲੈਣਾ ਹੀ ਆਨੰਦ ਹੈ, ਉਸ ਕਰਤਾਰ ਦੀਆਂ ਖੇਡਾਂ ਦੇ ਵਿੱਚ ਆਪਣੇ ਆਪ ਨੂੰ ਅਰਪਣ ਕਰ ਦੇਣਾ ਹੀ ਆਨੰਦ ਹੈ। ਆਨੰਦ ਇਹੋ ਹੀ ਹੈ। ਫਿਰ ਹੈ ਕਿਹੋ ਜਿਹਾ? ਜਿਹੜਾ ਹੱਸਦਾ ਨਹੀਂ, ਜਿਹੜਾ ਰੋਂਦਾ ਨਹੀਂ, ਜਿੱਥੇ ਖੁਸ਼ੀ ਨਹੀਂ, ਜਿੱਥੇ ਗਮੀ ਨਹੀਂ। ਕਿਉਂਕਿ ਗਮੀ ਉੱਥੇ ਹੁੰਦੀ ਜਿੱਥੇ ਵਿਛੋੜਾ ਹੋ ਜਾਏ, ਦੁੱਖ ਉੱਥੇ ਹੁੰਦਾ ਕੋਈ ਚੀਜ਼ ਚਲੀ ਜਾਏ, ਮਿਲਾਪ ਖੁਸ਼ੀ ਉੱਥੇ ਹੁੰਦੀ ਜਿੱਥੇ ਕੋਈ ਚੀਜ਼ ਮਿਲ ਜਾਏ। ਉੱਥੇ ਤਾਂ ਨਾ ਆਉਣ ਦੀ ਖੁਸ਼ੀ ਹੈ, ਨਾ ਜਾਣ ਦਾ ਗਮ ਹੈ। ਉਹ ਸਦਾ ਹਿਰਦੇ ਵਿੱਚ ਪ੍ਰਭੂ ਦੇ ਚਰਨਾਂ ਤੋਂ ਵਿਛੋੜਾ ਹੈ ਹੀ ਨਹੀਂ। ਆਨੰਦ ਦੀ ਪਰਿਭਾਸ਼ਾ ਜੋ ਗੁਰੂ ਸਾਹਿਬ ਜੀ ਨੇ ਦਿੱਤੀ ਹੈ, ਆਨੰਦ ਹੈ ਕੀ ਚੀਜ਼ ਹੈ? ਉਹਦੇ ਲਈ ਸੋਨਾ ਮਿੱਟੀ ਇੱਕੋ ਜਿਹੇ ਨੇ। ਸੋਨਾ ਵੇਖ ਕੇ ਲੋਭ ਵਿੱਚ ਨਹੀਂ ਫਸਦਾ। ਇੱਕੋ ਜਿਹੇ ਦਾ ਮਤਲਬ ਵੀ ਰੰਗ ਰੰਗੇ ਪਦਾਰਥਾਂ ਨੂੰ ਵੇਖ ਕੇ ਮਨ ਲੁਭਾਏ ਮਨ ਨਹੀਂ ਹੁੰਦਾ। ਲਾਲਚ ਵਿੱਚ ਆ ਕੇ ਕਿਸੇ ਨਾਲ ਠੱਗੀ ਨਹੀਂ ਮਾਰਦਾ, ਲਾਲਚ ਵਿੱਚ ਆ ਕੇ ਕਿਸੇ ਦਾ ਹੱਕ ਨਹੀਂ ਮਾਰਦਾ। ਤੈਸਾ ਸਵਰਨ ਤੈਸੀ ਉਸ ਮਾਟੀ ਹੈ। ਤੇ ਮਿੱਟੀ ਨੂੰ ਕਦੀ ਨਿੰਦਦਾ ਨਹੀਂ, ਭਾਵ ਜਿਹੜੀ ਪੈਰਾਂ ਥੱਲੇ ਹੈ ਉਹਦੇ ਨਾਲ ਨਿੰਦਿਆ ਨਹੀਂ। ਆਪਣੇ ਤੋਂ ਨੀਵੇਂ ਨੂੰ ਦੇਖ ਕੇ ਕਦੀ ਮਨੁੱਖ ਆਪਣੀ ਆਕੜ ਵਿੱਚ ਨਹੀਂ ਫਿਰਦਾ। ਉਹਦੇ ਲਈ ਅੰਮ੍ਰਿਤ ਜਿਹੜਾ ਮਿੱਠਾ ਹੈ, ਵਿਖਿਆ ਕੌੜੀ ਹੈ, ਇੱਕੋ ਜਿਹੇ ਹਨ। ਭਾਵ ਉਹਦੀ ਜੀਵਨ ਦੀ ਜੁਗਤੀ ਫਰਕ ਹੈ। ਕਿਸੇ ਵੱਲੋਂ ਮਾਨ ਮਿਲ ਜਾਏ, ਕੋਈ ਆਦਰ ਦੇ ਦੇਵੇ, ਲੋ ਜੀ ਮੇਰਾ ਉਹਦਾ ਵੱਡਾ ਹੋ ਗਿਆ, ਮੈਂ ਫਲਾਣੇ ਨੇ ਹੁਣ ਮੈਨੂੰ ਇਹ ਉਹਦਾ ਬਖਸ਼ ਦਿੱਤਾ ਹੈ ਜੀ। ਇਹ ਸੁਣ ਕੇ ਇਹ ਜੇ ਅੰਦਰੋਂ ਪ੍ਰਾਪਤ ਕਰਕੇ ਅੰਦਰ ਹੰਕਾਰ ਦੀਆਂ ਤੀਸੀਆਂ ਤੇ ਜਾ ਚੜੇ, ਫਿਰ ਆਨੰਦ ਕਿੱਥੇ ਹੈ? ਫਿਰ ਆਨੰਦ ਕਿੱਥੇ ਹੈ? ਇਹ ਤਾਂ ਐਵੇਂ ਕਹਾਣੀਆਂ ਹਨ, ਐਵੇਂ ਸਾਡੇ ਜੀਵਨ ਦੇ ਫੋਕੀਆਂ ਗੱਲਾਂ ਹਨ। ਆਨੰਦ ਹੈ ਨਹੀਂ। ਕਿਸੇ ਵੇਲੋਂ ਮਿਲੇ ਹੋਏ ਆਦਰ ਦਾ ਜਾਂ ਫਿਰ ਨਿਰਾਦਰ ਦਾ, ਦੋਨਾਂ ਦਾ ਹੁਣ ਮੈਂ ਛੱਡਣਾ ਨਹੀਂ, ਤੈਨੂੰ ਮਾਰ ਦਿਆਂਗਾ, ਮੇਰੇ ਖਿਲਾਫ ਕਿਉਂ ਬੋਲਿਆ, ਮੇਰੀ ਬੇਇੱਜ਼ਤੀ ਕਿਉਂ ਕੀਤੀ। ਇਹ ਬੰਦੇ ਦੀ ਇੱਕ ਬਿਰਤੀ ਹੈ। ਇਨਸਾਨ ਇੱਥੇ ਹੀ ਖੜਾ ਹੈ। ਆਨੰਦ ਲਈ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਪਏਗਾ। ਆਨੰਦ ਦੀ ਪ੍ਰਾਪਤੀ ਦੇ ਲਈ ਇਹਨਾਂ ਨੂੰ ਤੁੱਛ ਸਮਾਨ ਜਾਣਨਾ ਪਏਗਾ। ਆਨੰਦ ਦੀ ਪ੍ਰਾਪਤੀ ਦੇ ਲਈ ਇਹ ਪਰਮੇਸ਼ਰ ਦੀ ਦਾਤ ਸਮਝਣੀ ਪਵੇਗੀ। ਆਨੰਦ ਦੀ ਪ੍ਰਾਪਤੀ ਲਈ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਤਾਰ ਦੀ ਹੁਕਮ ਦੇ ਉੱਤੇ ਪਹਿਰਾ ਦੇਣਾ ਪਵੇਗਾ। ਆਨੰਦ ਦੀ ਪ੍ਰਾਪਤੀ ਦੇ ਲਈ, ਆਨੰਦ ਦੀ ਗੱਲ ਕਰਨ ਦੇ ਲਈ, ਆਨੰਦ ਦੇ ਸੋਮੇ ਤੱਕ ਪਹੁੰਚਣ ਦੇ ਲਈ। ਇਹ ਨਹੀਂ ਉਹ ਦੇਖਿਆ ਤੇ ਭੁੱਲ ਗਿਆ, ਚਲਾ ਗਿਆ ਤੇ ਸਿਰ ਸੁੱਟ ਕੇ ਬੈਠ ਗਿਆ। ਉਸ ਦੀਆਂ ਨਜ਼ਰਾਂ ਵਿੱਚ ਕੰਗਾਲ ਤੇ ਸ਼ਹਿਨਸ਼ਾਹ ਵੀ ਇੱਕੋ ਜਿਹੇ ਹਨ, ਕਿਉਂਕਿ ਉਹਨੂੰ ਪਤਾ ਹੈ ਮਾਲਕ ਦੀ ਦਾਤ ਹੈ, ਮਾਲਕ ਦੀਆਂ ਖੇਡਾਂ ਹਨ। ਬਸ ਪਰਮੇਸ਼ਰ ਦਾ ਹੁਕਮ ਹੀ ਉਹਦਾ ਗਾਡੀ ਰਾਹ ਹੈ। ਪਰਮੇਸ਼ਰ ਦਾ ਹੁਕਮ, ਉਹਦੇ ਅੱਗੇ ਸਿਰ ਝੁਕਾ ਦੇਣਾ, ਉਹਦੇ ਅੱਗੇ ਆਪਣੇ ਆਪ ਨੂੰ ਅਰਪਣ ਕਰ ਦੇਣਾ, ਉਸ ਪਰਮੇਸ਼ਰ ਦੇ ਹੁਕਮ ਅੱਗੇ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਉਹਦਾ ਇਹੋ ਹੀ ਸੁਭਾਅ ਹੈ। ਤੇ ਇਸ ਸੁਭਾਅ ਦੇ ਵਿੱਚ ਹੀ ਉਹ ਜ਼ਿੰਦਗੀ ਨੂੰ ਜਦੋਂ ਜਿਉਣਾ ਸਿੱਖ ਜਾਵੇ ਤਾਂ ਫਿਰ ਕਹਾਣੀ ਬਦਲ ਜਾਂਦੀ ਹੈ, ਫਿਰ ਆਨੰਦ ਦੇ ਨੇੜੇ ਹੋ ਜਾਂਦਾ ਹੈ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਨੇ ਵੀ ਇਹ ਹੋਏਗਾ ਕਿੱਥੋਂ? ਗੁਰ ਪ੍ਰਸਾਦ। ਉਹ ਇਹ ਆਨੰਦ ਪਾਵੇ, ਇਹ ਗੁਰੂ ਦੀ ਪ੍ਰਸਾਦ ਵਿੱਚ ਹੈ। ਹੁਣ ਪ੍ਰਸਾਦ ਲਈ ਮਿਹਨਤ ਕਰਨੀ ਪੈਂਦੀ ਹੈ। ਪ੍ਰਸਾਦ ਅਗਲੀ ਚੀਜ਼ ਹੈ। ਪ੍ਰਸਾਦ ਤੱਕ ਪਹੁੰਚਣ ਲਈ ਮਨੁੱਖ ਕਿੱਥੋਂ ਸ਼ੁਰੂ ਕਰਦਾ, ਕਿੱਥੇ ਜਾਂਦਾ, ਜਰਾ ਖਿਆਲ ਕਰਕੇ ਦੇਖਿਓ, ਸਮਝੀਏ, ਇਸ ਗੱਲ ਨੂੰ ਵੀ ਸਮਝਾਂਗੇ। ਲੇਕਿਨ ਗੁਰੂ ਸਾਹਿਬ ਸਾਨੂੰ ਜਿਹੜੀ ਗੱਲ ਸਮਝਾਉਂਦੇ ਨੇ, ਜੋ ਗੱਲ ਸਾਨੂੰ ਸਮਝਾਉਂਦੇ ਨੇ, ਉਹ ਇਹੋ ਹੀ ਹੈ ਕਿ ਆਨੰਦ ਦਾ ਸੋਮਾ ਪਰਮੇਸ਼ਰ ਹੈ। ਆਨੰਦ ਦੇ ਸੋਮੇ ਦੇ ਨਾਲ ਜੁੜੇ ਰਹਿਣਾ ਅਸਲ ਵਿੱਚ ਜੀਵਨ ਦੀ ਕਹਾਣੀ ਹੈ। ਆਨੰਦ ਦੇ ਸੋਮੇ ਨਾਲ ਜੁੜੇ ਰਹਿਣਾ ਹੀ ਮਨੁੱਖ ਦੀ ਇੱਕ ਜ਼ਿੰਦਗੀ ਹੈ। ਇਹਦੇ ਵਿੱਚ ਹੀ ਇਹਦੀ ਖੁਸ਼ੀ ਹੈ। ਜੇ ਨਹੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਅਸੀਂ ਪੁੱਛ ਕੇ ਦੇਖੀਏ, ਪਾਤਸ਼ਾਹ ਆਨੰਦ ਕੀ ਹੈ? ਆਨੰਦ ਕਿਹਨੂੰ ਕਹਿੰਦੇ ਹੋ? ਉਹ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੇ, ਕੰਚਨ ਮਾਟੀ ਮਾਨੈ। ਕਹਾਓ। ਫਿਰ ਕਹਿੰਦੇ ਸਤਿਗੁਰੂ, ਨਹਿ ਨਿੰਦਿਆ ਨਾ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰਿਓ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤਹਿ ਘਟ ਬ੍ਰਹਮ ਨਿਵਾਸਾ। ਫਿਰ ਕਹਿੰਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਿਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਗੁਰੂ ਪਾਤਸ਼ਾਹ ਤੇ ਇਹ ਗੱਲ ਸਾਨੂੰ ਸਮਝਾਉਂਦੇ ਨੇ ਕਿ ਦੁੱਖਾਂ ਵਿੱਚ ਘਬਰਾਹਟ ਨਹੀਂ, ਉਹਦੀ ਰਜ਼ਾ ਹੈ, ਉਹਦਾ ਹੁਕਮ ਹੈ। ਜਿਸ ਦੇ ਮਨੁੱਖ ਦੇ ਹਿਰਦੇ ਵਿੱਚ ਸੁੱਖਾਂ ਨਾਲ ਮੋਹ ਨਹੀਂ ਹੈ, ਪਕੜ ਨਹੀਂ ਹੈ, ਕਿਸੇ ਕਿਸਮ ਦਾ ਡਰ ਨਹੀਂ ਹੈ, ਜਿਹੜਾ ਸੋਨੇ ਨੂੰ ਮਿੱਟੀ ਦੇ ਸਮਾਨ ਸਮਝਦਾ ਹੈ, ਉਹਦੇ ਅੰਦਰ ਪਰਮੇਸ਼ਰ ਵਸਦਾ ਹੈ, ਉੱਥੇ ਆਨੰਦ ਬਣਦਾ ਹੈ। ਜਿਹਦੇ ਅੰਦਰ ਕਿਸੇ ਦੀ ਕੋਈ ਚੁਗਲੀ ਨਿੰਦਾ ਪਰਾਈ ਦੀ ਤਾਤ ਪਰਾਈ ਨਹੀਂ ਹੈ, ਜਿਹਦੀ ਕਿਸੇ ਦੀ ਖੁਸ਼ਾਮਦ ਨਹੀਂ ਕਰਦਾ, ਜਿਹੜਾ ਬੰਦੇ ਦਾ ਗੁਲਾਮ ਨਹੀਂ ਬਣਦਾ, ਜਿਹਦੇ ਅੰਦਰ ਲੋਭ ਨਹੀਂ, ਪਾਪ ਨਹੀਂ, ਮੋਹ ਨਹੀਂ, ਹੰਕਾਰ ਨਹੀਂ, ਖੁਸ਼ੀ ਗਮੀ ਤੋਂ ਨਿਰਲੇਪ ਹੈ, ਜਿੱਥੇ ਨਾ ਆਦਰ ਨਾ ਨਰਾਦਰ ਉਹਦੇ ਤੇ ਅਸਰ ਪਾਉਂਦਾ ਹੈ, ਉੱਥੇ ਪਰਮਾਤਮਾ ਦਾ ਵਾਸਾ ਹੁੰਦਾ ਹੈ, ਉੱਥੇ ਆਨੰਦ ਬਣਦਾ ਹੈ। ਜਿਹੜਾ ਸਾਰੀਆਂ ਆਸਾਂ ਉਮੀਦਾਂ ਨੂੰ ਤਿਆਗ ਦੇਵੇ, ਨਿਰਾਸ਼ ਹੋ ਜਾਏ, ਜਗਤ ਵਿੱਚ ਜਨਮਦਿਆਂ ਹੋਇਆ ਵੀ ਮੋਹ ਦੀ ਪਕੜ ਤੋਂ ਉੱਪਰ ਉੱਠ ਜਾਏ, ਜਿਸ ਨੂੰ ਕੋਈ ਕਾਮ ਵਾਸ਼ਨਾ ਨੇੜੇ ਨਾ ਆਵੇ, ਕਿਸ ਦਾ ਰੂਪ ਦੇਖ ਕੇ ਖਿੱਚਿਆ ਨਾ ਜਾਵੇ, ਕਿਸੇ ਦੀ ਦੌਲਤ ਦੇਖ ਕੇ ਲਾਲਚ ਵਿੱਚ ਨਾ ਆ ਜਾਏ, ਸੁੰਦਰਤਾ ਨੂੰ ਦੇਖ ਕੇ ਮਨ ਡੋਲ ਨਾ ਜਾਏ, ਬਸ ਜਿਹੜਾ ਕ੍ਰੋਧ ਨੂੰ ਨੇੜੇ ਨਾ ਆਉਣ ਦੇਵੇ, ਆਪਣੇ ਤੋਂ ਬਰਾਬਰ ਵੱਡੇ ਛੋਟੇ ਨੂੰ ਇੱਕ ਨਜ਼ਰ ਨਾਲ ਵੇਖੇ। ਪਰ ਇਹ ਹੁੰਦਾ ਹੈ ਜਦੋਂ ਗੁਰੂ ਮਿਹਰ ਕਰ ਦੇਵੇ, ਗੁਰ ਕਿਰਪਾ, ਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ, ਇਹ ਮਿਲਦਾ ਹੈ ਉੱਥੋਂ। ਪਰ ਅਸੀਂ ਕੀ ਹੈ, ਸਵੇਰੇ ਅੱਛਾ ਵਧੀਆ ਰੋਟੀ ਖਾ ਲਈ, ਸਾਡੀ ਜੀਵਨ ਦੀ ਕਹਾਣੀ ਕੀ ਹੈ? ਅਸੀਂ ਚੰਗੇ ਮਹਿੰਗੇ ਕੱਪੜੇ ਪਾ ਲਏ, ਚੰਗਾ ਪ੍ਰਸ਼ਾਦਾ ਛਕ ਲਿਆ, ਤੇ ਅਸੀਂ ਕੋਈ ਬੜਾ ਆਨੰਦ ਆਇਆ ਜੀ, ਬੜਾ ਆਨੰਦ ਆਇਆ। ਭਲਿਆ ਸ਼ਾਮ ਨੂੰ ਕਿਤੇ ਸੁੱਕੀ ਰੋਟੀ ਮਿਲ ਜਾਏ, ਸਬਜ਼ੀ ਚ ਸਵਾਦ ਨਾ ਬਣੇ, ਘਰ ਵਾਲੀ ਦੇ ਸਿਰ ਤੇ ਪਲੇਟ ਚੁੱਕ ਕੇ ਮਾਰੇ, ਫਿਰ ਇਹ ਆਨੰਦ ਕਿੱਥੇ ਗਿਆ ਜੋ ਸਵੇਰੇ ਆਇਆ ਸੀ? ਕਿੱਥੇ ਚਲਾ ਗਿਆ? ਗੁਰੂ ਸਾਹਿਬ ਤਾਂ ਰੁੱਖੀ ਸੁੱਖੀ ਦੀ ਗੱਲ ਕਰਦੇ ਸੀ। ਗੁਰੂ ਸਾਹਿਬ ਸਾਨੂੰ ਕੁਝ ਸਮਝਾਉਂਦੇ ਰਹੇ। ਸਾਡੀ ਜੀਵਨ ਦੀ ਕਹਾਣੀ ਕੀ ਹੈ? ਅਸੀਂ ਚੰਗੀ ਚੀਜ਼ ਮਿਲ ਜਾਏ ਤੇ ਬੜਾ ਆਨੰਦ ਹੈ, ਉਲਟ ਮਿਲ ਗਈ ਬੜਾ ਦੁਖੀ ਹੈ।
सवेरे ठंडी हवा आवे, वाह जी वाह कमाल है, वाह प्रभु तू बेअंत है, ਤੇ ਆਨੰਦ ਆ ਗਿਆ। ਅੱਜ ਤੱਕ ਤੇਰੀ ਹਵਾ ਇੰਨੀ ਵਧੀਆ ਹੈ। ਤੇ ਜੇ ਥੋੜੀ ਜਿਹੀ ਗਰਮੀ ਆ ਜਾਏ, ਕਲਪਨਾ ਕਲਪਨਾ ਉਹ ਹੈ ਕਿ ਰੱਬ ਤਾਂ ਪਤਾ ਨਹੀਂ ਜੀ ਗਰਮੀ ਕਰ ਦਿੱਤੀ ਅੱਜ ਤਾਂ। ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਵੀ ਸਾਡੇ ਆਨੰਦ ਦੇ ਸੋਮੇ ਤੋਂ ਦੂਰੀ ਹੈ। ਛੋਟੇ ਛੋਟੇ ਜੀਵਨ ਜੀਵਨ ਦੇ ਢੰਗ ਵਿੱਚ ਵੀ ਸਾਡੀ ਦੂਰੀ ਹੈ। ਇੰਨੀ ਗਰਮੀ ਕਰਤੀ, ਵਾਹ ਕਮਾਲ ਹੋ ਗਈ। ਕਿਉਂ? ਕਿਉਂਕਿ ਅਸੀਂ ਉਸ ਚੰਗੇ ਪ੍ਰਸ਼ਾਦੇ ਨੂੰ ਆਨੰਦ ਸਮਝ ਲਿਆ, ਅਸੀਂ ਉਸ ਸੁੱਕੇ ਪ੍ਰਸ਼ਾਦੇ ਨੂੰ ਦੁੱਖ ਸਮਝ ਲਿਆ, ਅਸੀਂ ਸਵੇਰ ਦੀ ਠੰਡੀ ਹਵਾ ਨੂੰ ਆਨੰਦ ਸਮਝ ਲਿਆ ਅਤੇ ਦੁਪਹਿਰ ਦੀ ਗਰਮੀ ਨੂੰ ਅਸੀਂ ਦੁੱਖ ਸਮਝ ਲਿਆ। ਭੁਲੇਖਾ ਸੀ ਕਿ ਅਸੀਂ ਉਹਦੇ ਪਰਛਾਵੇਂ ਨੂੰ ਆਨੰਦ ਲਿਆ, ਸਮਝ ਬੈਠੇ ਅਸਲੀਅਤ ਤੱਕ ਅਸੀਂ ਪਹੁੰਚੇ ਹੀ ਨਾ, ਅਸਲੀਅਤ ਤੱਕ ਅਸੀਂ ਜਾ ਨਾ ਸਕੇ। ਕਹਾਣੀ ਸਾਡੇ ਜੀਵਨ ਦੀ ਕਿਹੋ ਜਿਹੀ ਹੈ? ਆਨੰਦ ਉਹ ਹੈ ਜਿਹੜਾ ਕਦੇ ਟੁੱਟੇ ਨਾ, ਸਦੀਵ ਇੱਕ ਰਸ ਚੱਲਦਾ ਰਹੇ। ਅਸੀਂ ਪਰਛਾਵੇਂ ਨੂੰ ਸਮਝਿਆ, ਆਨੰਦ ਨਹੀਂ ਸਮਝਿਆ। ਫਿਰ ਆਨੰਦ ਤਾਂ ਉਹ ਹੈ ਜਿੱਥੇ ਇਹ ਪਰਛਾਵਿਆਂ ਦੀ ਕੋਈ ਭੁਗਤ ਨਾ ਹੋਵੇ, ਕੋਈ ਕਹਾਣੀ ਨਾ ਹੋਵੇ। ਫਿਰ ਆਨੰਦ ਸਾਗਰ ਹੈ ਕੀ? ਸਾਗਰ ਦਾ ਅਰਥ ਕੀ ਹੈ? ਆਨੰਦ ਅਥਾਹ ਸਮੁੰਦਰ ਖਜ਼ਾਨਾ ਹੈ। ਆਨੰਦ ਖਜ਼ਾਨਾ ਹੈ। ਇਸ ਆਨੰਦ ਹੀ ਆਨੰਦ ਹੈ। ਇਸ ਖਜ਼ਾਨੇ ਵਿੱਚ ਆਨੰਦ ਹੀ ਆਨੰਦ ਹੈ ਤੇ ਇਹਦੀ ਪ੍ਰਾਪਤੀ ਹੁੰਦੀ ਹੈ ਗੁਰੂ ਪ੍ਰਸਾਦ ਤੋਂ। ਇਹ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। ਗੁਰ ਪ੍ਰਸਾਦ ਦੀਆਂ ਲਹਿਰਾਂ, ਗੁਰ ਪ੍ਰਸਾਦ ਦਾ ਪ੍ਰਕਾਸ਼। ਪਰ ਇਹ ਸੰਬੰਧ, ਇਹਦਾ ਮਤਲਬ ਆਨੰਦ ਦਾ ਸੰਬੰਧ ਗੁਰੂ ਨਾਲ ਹੋ ਗਿਆ। ਜੇ ਅਸੀਂ ਗੁਰ ਪ੍ਰਸਾਦ ਦੀ ਗੱਲ ਕਰਦੇ ਹਾਂ ਤਾਂ ਫਿਰ ਗੁਰੂ ਦਾ ਸੰਬੰਧ ਕਿਹਦੇ ਨਾਲ ਹੋ ਗਿਆ? ਪਰ ਆਨੰਦ ਦਾ ਸੰਬੰਧ ਕਿਹਦੇ ਨਾਲ ਹੋ ਗਿਆ? ਗੁਰੂ ਨਾਲ। ਆਨੰਦ ਦਾ ਸੰਬੰਧ ਤਾਂ ਗੁਰੂ ਨਾਲ ਹੋ ਗਿਆ। ਜੇ ਆਨੰਦ ਦਾ ਸੰਬੰਧ ਗੁਰੂ ਨਾਲ ਹੈ ਤੇ ਫਿਰ ਸਾਨੂੰ ਆਨੰਦ ਦੀ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਆਨੰਦ ਦੀ ਗੱਲ, ਜੇ ਗੁਰੂ ਨਾਲ ਸੰਬੰਧ ਜੋੜਨਾ ਚਾਹੀਦਾ ਹੈ। ਜੇ ਆਨੰਦ ਲੈਣਾ ਸੱਚਮੁੱਚ, ਜੇ ਅਸੀਂ ਆਨੰਦ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਸੰਬੰਧ ਤੱਕ ਉਹਦੇ ਨਾਲ ਜੁੜਨਾ ਪਏਗਾ ਜਿਹਦੇ ਪ੍ਰਸਾਦ ਨਾਲ ਆਨੰਦ ਮਿਲਣਾ। ਜੇ ਮਨੁੱਖ ਉਹਦੇ ਸਮੂਲ ਨਾਲ ਸੰਬੰਧ ਹੀ ਨਾ ਜੋੜੇ ਤੇ ਇਹ ਆਖੇ ਮੈਂ ਆਨੰਦ ਦੇ ਪਰਛਾਵੇਂ ਨਾਲ ਆਨੰਦ ਲੈ ਲਵਾਂ ਤਾਂ ਬੜੀ ਹੈਰਾਨੀ ਦੀ ਗੱਲ ਹੈ। ਸਤਿਗੁਰੂ ਜੀ ਕਹਿੰਦੇ ਨੇ, ਆਖਣ ਨੂੰ ਤਾਂ ਹਰ ਬੰਦਾ ਕਹੀ ਜਾਂਦਾ ਆਨੰਦ ਹੈ, ਆਨੰਦ ਹੈ, ਮੈਨੂੰ ਆਨੰਦ ਮਿਲ ਗਿਆ, ਆਨੰਦ ਮਿਲ ਗਿਆ। ਪਰ ਅਸਲ ਆਨੰਦ ਦੀ ਸੂਝ ਤਾਂ ਗੁਰੂ ਤੋਂ ਹੀ ਹੁੰਦੀ ਹੈ। ਆਨੰਦ ਹੈ ਕੀ ਹੈ? ਉਹ ਪਿਆਰਿਆ, ਅਸਲ ਆਨੰਦ ਸਦਾ ਗੁਰੂ ਤੋਂ ਮਿਲਦਾ ਹੈ। ਖਿਆਲ ਕਰੀ, ਯਾਦ ਰੱਖੀ, ਗੁਰੂ ਤੋਂ ਬਿਨਾਂ ਆਨੰਦ ਨਹੀਂ ਉਹ ਮਿਲਣਾ। ਅਸਲ ਆਨੰਦ ਉਹ ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਗੁਰੂ ਮਿਹਰ ਕਰਕੇ ਅੰਦਰੋਂ ਪਾਪ ਕੱਟ ਦੇਵੇ, ਗੁਰੂ ਮਿਹਰ ਕਰਕੇ ਮੂਲ ਨਾਲ ਜੋੜ ਲਵੇ, ਗੁਰੂ ਮਿਹਰ ਕਰਕੇ ਆਤਮਿਕ ਜੀਵਨ ਦਾ ਸੁਰਮਾ ਸਾਨੂੰ ਬਖਸ਼ ਦੇਵੇ, ਭੋਜਨ ਦੇ ਦੇਵੇ ਆਤਮਿਕ ਜੀਵਨ ਦਾ। ਤੇ ਫਿਰ ਇਸ ਭੋਜਨ ਨਾਲ ਅੰਦਰੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ। ਇਸ ਆਤਮਿਕ ਭੋਜਨ ਨਾਲ ਅੰਦਰੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ। ਅਕਾਲ ਪੁਰਖ ਬਸ ਉਹਨਾਂ ਦੇ ਬੋਲ ਵੀ, ਸੁਭਾਅ ਵੀ ਮਿੱਠਾ ਕਰ ਦਿੰਦਾ ਹੈ। ਉਹਨਾਂ ਦੀ ਬੋਲੀ ਵਿੱਚ ਵੀ ਮਿੱਠੀ ਹੈ, ਉਹਨਾਂ ਦੀ ਬੋਲੀ ਵਿੱਚ ਵੀ ਆਨੰਦ ਹੈ, ਸ਼ਬਦਾਵਲੀ ਵਿੱਚ ਵੀ ਖੇੜਾ ਹੈ, ਉਹਨਾਂ ਦੇ ਹਰ ਬੋਲ ਵਿੱਚੋਂ ਕੁਝ ਝਲਕ ਪੈਂਦੀ ਹੈ। ਸਤਿਗੁਰੂ ਜੀ, ਗੁਰੂ ਅਮਰਦਾਸ ਕਹਿੰਦੇ ਨੇ, ਅਸਲ ਆਨੰਦ ਇਹੀ ਹੈ। ਇਹ ਆਨੰਦ ਗੁਰੂ ਤੋਂ ਸਮਝਿਆ ਜਾ ਸਕਦਾ ਹੈ। ਜਦੋਂ ਆਨੰਦ ਆ ਜਾਏ, ਜਿਸ ਮਨੁੱਖ ਨੂੰ ਇਹ ਆਨੰਦ ਮਿਲਦਾ, ਉਹਦਾ ਜੀਵਨ ਇੰਨਾ ਪਿਆਰ ਵਾਲਾ ਬਣ ਜਾਂਦਾ ਹੈ, ਇੰਨਾ ਰਸ ਵਾਲਾ ਬਣ ਜਾਂਦਾ ਹੈ ਕਿ ਉੱਥੇ ਕੌੜਾ ਬੋਲ ਨਾ ਜਾਣੇ ਵਾਲੀ ਅਵਸਥਾ ਤੇ ਜਾ ਪਹੁੰਚਦਾ ਹੈ। ਪਰ ਪਿਆਰਿਓ, ਆਨੰਦ ਦਾ ਸੋਮਾ ਗੁਰੂ ਹੈ, ਗੁਰ ਪ੍ਰਸਾਦ ਹੈ। ਗੁਰੂ ਉਸ ਮਨੁੱਖ ਦੇ ਅੰਦਰੋਂ ਸਾਰੇ ਵਿਕਾਰ ਦੂਰ ਕਰ ਦਿੰਦਾ ਹੈ, ਉਸ ਨੂੰ ਆਤਮਿਕ ਜੀਵਨ ਦੀ ਸੋਝੀ ਬਖਸ਼ ਦਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ।
ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੀ, ਗਿਆਨ ਅੰਜਨ ਸਾਰਿਆ। ਅੰਦਰੋਂ ਅੰਦਰੋਂ ਜਿਨਕਾ ਮੋਹ ਟੂਟਾ, ਅੰਦਰੋਂ ਜਿਨਕਾ ਮੋਹ ਟੁੱਟਾ, ਅੰਦਰੋਂ। ਹੁਣ ਗੱਲ ਅੰਦਰ ਦੀ ਹੋ ਗਈ। ਇਹ ਸਾਰੀ ਅਸਲ ਆਨੰਦ ਦਾ ਸੋਮਾ ਅੰਦਰੋਂ ਮੋਹ ਤੋੜਦਾ ਹੈ, ਤੋੜਨ ਨਾਲ ਹੈ। ਅੰਦਰੋਂ ਜਿਨਕਾ ਮੋਹ ਟੁੱਟਾ, ਫਿਰ ਕੀ ਹੁੰਦਾ? ਤਿਨਕਾ ਸ਼ਬਦ ਸੱਚਾ ਸਵਾਰਿਆ। ਗੁਰੂ ਦੇ ਸ਼ਬਦ ਨੇ ਜ਼ਿੰਦਗੀ ਸਵਾਰ ਦਿੱਤੀ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਆਨੰਦ ਦੀ ਪ੍ਰਾਪਤੀ ਗੁਰੂ ਤੋਂ ਹੁੰਦੀ ਹੈ। ਆਨੰਦ ਦਾ ਸੋਮਾ ਸਤਿਗੁਰੂ ਹੈ, ਆਨੰਦ ਦਾ ਸੋਮਾ ਗੁਰੂ ਹੈ। ਪਿਆਰਿਓ, ਤੇ ਇਹ ਆਨੰਦ ਹੈ ਕੀ ਚੀਜ਼? ਜਿਹਦਾ ਸੰਬੰਧ ਗੁਰੂ ਨਾਲ ਹੈ। ਤੇ ਇਹ ਵੀ ਯਾਦ ਰੱਖ ਲੈਣਾ, ਗੁਰੂ ਤੇ ਪਾਰਬ੍ਰਹਮ ਚ ਕੋਈ ਭੇਦ ਨਹੀਂ ਹੈ, ਇੱਕੋ ਚੀਜ਼ ਹੈ। ਗੁਰ ਪਰਮੇਸ਼ਰ ਨਾ ਹੀ ਭੇਦ ਹੈ। ਜਿਹੜੇ ਗੁਣ ਮੇਰੇ ਮਾਲਕ ਦੇ ਹਨ, ਮੇਰੇ ਪਿਆਰੇ ਦੇ ਅੰਦਰ, ਗੁਰੂ ਦੇ ਅੰਦਰ ਵੀ ਉਹ ਗੁਣ ਰੱਖੇ ਹੋਏ ਹਨ। ਨਿਰਭਉ ਨਿਰਵੈਰ ਹੈ, ਗੁਰੂ ਵੀ ਨਿਰਭਉ ਨਿਰਵੈਰ ਹੈ। ਉਹ ਗੁਣ ਗੁਰੂ ਦੇ ਅੰਦਰ ਹਨ। ਆਨੰਦ ਦਾ ਸਾਗਰ ਗੁਰੂ ਵੀ ਹੈ, ਗੁਰੂ ਸਾਗਰ ਹੈ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਪਿਆਰੇ ਤੇਰਾ ਖਿਆਲ ਸੁਣ, ਖਿਆਲ ਨਾਲ ਗੱਲ ਕਰ। ਇਹ ਆਨੰਦ ਤੱਕ ਪਹੁੰਚਣ ਦੇ ਲਈ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਜ਼ਰੂਰੀ ਹੈ। ਜੇ ਗੁਰ ਸਾਗਰ ਹੈ, ਜੇ ਗੁਰੂ ਸੋਮਾ ਹੈ ਆਨੰਦ ਦਾ, ਤਾਂ ਫਿਰ ਗੁਰੂ ਸਾਗਰ ਵਿੱਚੋਂ ਗੁਰੂ ਸ਼ਬਦ ਦੀ ਨਿਕਲੀ ਹੋਈ ਲਹਿਰ ਐਸੀ ਹੈ, ਜਿਸ ਲਹਿਰ ਨਾਲ ਆਤਮਕ ਬਰਕਤਾਂ ਦੇ ਹੀਰੇ ਸਜੇ ਹੋਏ ਹਨ, ਹੀਰੇ ਜੜੇ ਹੋਏ ਹਨ। ਜਿਸ ਨਾਲ ਆਤਮਕ ਬਰਕਤਾਂ ਦੀਆਂ ਹੀਰਿਆਂ ਦੇ ਨਾਲ ਜੜਿਆ ਹੋਇਆ ਹੈ। ਇਹ ਸ਼ਬਦ ਐਸਾ ਹੈ, ਗੁਰੂ ਦੇ ਮੂੰਹ ਚੋਂ ਨਿਕਲਿਆ ਹੋਇਆ ਬੋਲ ਸ਼ਬਦ ਹੈ, ਉਚਾਰਨ ਕੀਤਾ ਹੈ ਗੁਰੂ ਦਾ ਸ਼ਬਦ ਹੈ। ਗੁਰੂ ਨੇ ਕਿਹਦੇ ਨਾਲ ਕੀਤੀ? ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਸ਼ਬਦ ਝੋਲੀ ਵਿੱਚ ਪਾ ਦਿੱਤਾ। ਗੁਰੂ ਨੇ ਸਾਡੀ ਝੋਲੀ ਵਿੱਚ ਸ਼ਬਦ ਪਾ ਦਿੱਤਾ। ਤੇ ਸ਼ਬਦ ਕੀ ਹੈ? ਉਸ ਗੁਰੂ ਸਾਗਰ ਵਿੱਚੋਂ ਨਿਕਲੀ ਹੋਈ ਇੱਕ ਲਹਿਰ, ਜਿਹੜੀ ਭਰੀ ਹੋਈ ਹੈ ਹੀਰੇ ਰਤਨਾਂ ਤੇ ਜੜਾਓ ਨਾਲ ਜੜੀ ਹੋਈ ਹੈ। ਇਹ ਕੋਈ ਬਾਹਰਲੇ ਹੀਰੇ ਨਹੀਂ, ਇਹ ਅੰਦਰਲੇ ਲਾਲ ਮੋਤੀ ਹਨ। ਜਿਸ ਲਹਿਰ ਨਾਲ ਆਤਮਿਕ ਬਰਕਤਾਂ ਦੇ ਹੀਰੇ ਜੜੇ ਹੋਏ ਹਨ। ਜਿਹੜੇ ਸੰਸਾਰ ਸਮੁੰਦਰ ਦੇ ਵਿੱਚ ਲਹਿਰਾਂ ਆਉਂਦੀਆਂ ਨੇ, ਚਲੀਆਂ ਜਾਂਦੀਆਂ ਨੇ, ਪਰ ਗੁਰੂ ਸਾਗਰ ਦੀ ਸ਼ਬਦ ਦੀ ਲਹਿਰ ਵਿੱਚ ਸਦਾ ਆਨੰਦ ਹੈ। ਗੁਰੂ ਨੇ ਸਾਨੂੰ ਬਖਸ਼ਿਸ਼ੀ ਸ਼ਬਦ ਕੀਤਾ ਹੈ। ਜਿਹਦਾ ਜੀਵਨ ਨੂੰ ਵਿਚਾਰ ਕਰਕੇ ਵੇਖੀਏ, ਦੁਨੀਆ ਦੇ ਰਤਨਾਂ ਨੂੰ ਕੋਈ ਚੋਰੀ ਕਰ ਸਕਦਾ ਹੈ, ਦੁਨੀਆ ਦੇ ਖਜ਼ਾਨਿਆਂ ਨੂੰ ਕੋਈ ਲੁੱਟ ਸਕਦਾ ਹੈ, ਦੁਨੀਆ ਦੇ ਖਜ਼ਾਨਿਆਂ ਨੂੰ ਕੋਈ ਹਵਾ ਵਿੱਚ ਰੋੜ ਕੇ ਲਿਜਾ ਸਕਦਾ ਹੈ, ਔਰ ਹਵਾ ਉਡਾ ਕੇ ਲਿਜਾ ਸਕਦੀ ਹੈ। ਦੁਨੀਆ ਦੇ ਖਜ਼ਾਨਿਆਂ ਨੂੰ ਸਮੁੰਦਰ ਦੀਆਂ ਦਰਿਆਵਾਂ ਦੀਆਂ ਲਹਿਰਾਂ ਰੋੜ ਸਕਦੀਆਂ ਹਨ। ਪਰ ਜਿਹੜਾ ਖਜ਼ਾਨਾ ਗੁਰੂ ਨੇ ਸ਼ਬਦ ਰਾਹੀਂ ਸਾਨੂੰ ਦਿੱਤਾ, ਨਾ ਕੋਈ ਚੋਰ ਚੋਰੀ ਕਰੇ, ਨਾ ਕੋਈ ਉਹਨੂੰ ਅੱਗ ਸਾੜ ਸਕੇ, ਭਾ ਨਾ ਸਕੇ ਜਾਲੇ, ਅੱਗ ਨਾ ਸਾੜ ਸਕੇ। ਕੋਈ ਚੋਰ ਚੋਰੀ ਨਾ ਕਰੇ, ਡਾਕੂ ਲੁੱਟ ਕੇ ਨਾ ਲਿਜਾਵੇ, ਉਹ ਤਾਂ ਉਹਨੂੰ ਅੱਗ ਵੀ ਨਹੀਂ ਸਾੜ ਸਕਦੀ। ਦੁਨੀਆ ਦੇ ਮੋਹ ਮਮਤਾ ਦੀ ਅਗਨੀ ਤੋਂ ਪਰੇ ਹੋ ਗਈ। ਗੁਰੂ ਦੇ ਬੋਲ, ਗੁਰੂ ਦੀਆਂ ਗੱਲਾਂ ਸੱਚਮੁੱਚ ਇਹ ਆਤਮਿਕ ਜੀਵਨ ਦੇ ਗੁਰੂ ਦਾ ਸ਼ਬਦ ਇੱਕ ਹੀਰੇ ਨਾਲ ਜੜਿਆ ਹੋਇਆ ਸ਼ਬਦ ਹੈ, ਜੋ ਗੁਰੂ ਨੇ ਸਾਡੀ ਝੋਲੀ ਵਿੱਚ ਪਾਇਆ। ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ। ਜੋ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ, ਉਹ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗੱਲ ਸਮਝਾ ਦਿੱਤੀ। ਕੀ? ਉਹ ਭਲਿਆ, ਸਤਿਗੁਰ ਦਾ ਸ਼ਬਦ ਇੱਕ ਐਸੀ ਮੌਲਿਕ ਦਾਤ ਹੈ, ਜਿਸ ਵਿੱਚ ਪਰਮਾਤਮਾ ਦੀਆਂ ਵਡਿਆਈਆਂ ਹੀ ਭਰੀਆਂ ਪਈਆਂ ਹਨ। ਮੇਰੇ ਪਿਆਰੇ ਦੀਆਂ ਵਡਿਆਈਆਂ ਭਰੀਆਂ ਪਈਆਂ ਹਨ। ਇੱਕ ਐਸਾ ਰਤਨ ਹੈ, ਜਿਹਦੇ ਨਾਲ ਪਰਮਾਤਮਾ ਦੀ ਯਾਦ ਵਿੱਚ ਜੁੜ ਜਾਂਦਾ ਹੈ, ਗੁਰਪ੍ਰਸਾਦ ਤੱਕ ਪਹੁੰਚਣ ਦਾ ਇੱਕ ਵਸੀਲਾ ਹੈ।
ਜਿਹਦੇ ਨਾਲ ਇੱਕ ਇਸ ਸ਼ਬਦ ਦੀ ਨਾਲ ਇੱਕ ਅਚਰਜ ਜਿਹੀ ਲਹਿਰ ਪੈਦਾ ਹੁੰਦੀ ਹੈ, ਜਿਹੜੀ ਚੁੰਚਣੀ ਜੀ ਛੇੜ ਦਿੰਦੀ ਹੈ, ਅੰਦਰ ਚੁੰਚਣੀ ਜੀ ਛਿੜਦੀ ਹੈ। ਚੁੰਚਣੀ ਹੀ ਆਨੰਦ ਤੋਂ ਸ਼ੁਰੂਆਤ ਹੈ। ਮਨ ਵਿਸਮਾਦ, ਮਨ ਬੇਰਾਗ, ਮਨ ਆਨੰਦ ਦੇ ਪਹੁੰਚਣ ਤੋਂ ਪਹਿਲਾਂ ਅਵਸਥਾ ਚੋਂ ਲੰਘਦਾ ਜਾਂਦਾ ਹੈ, ਚੁੰਚਣੀ ਜੀ ਛਿੜਦੀ ਹੈ। ਵਾਹ, ਜੇਕਰ ਸੱਚਮੁੱਚ ਸ਼ਬਦ ਵਿੱਚ ਕਿਤੇ ਜੁੜ ਜਾਏ ਤਾਂ ਫਿਰ ਇਹਦੀ ਬਰਕਤ ਨਾਲ ਉਸ ਪਿਆਰੇ ਨਾਲ ਸਾਂਝ ਵੀ ਬਣ ਜਾਂਦੀ ਹੈ। ਪਰਮਾਤਮਾ ਦਾ ਹੀਰਾ ਨਾਮ ਟਿਕਿਆ ਰਹਿੰਦਾ ਹੈ। ਸਿਫਤ ਸਲਾਹ ਦਾ ਰਤਨ ਸਦਾ ਹੀ ਉਹਦੇ ਅੰਦਰ ਟਿਕ ਜਾਂਦਾ ਹੈ। ਪਰ ਇਹ ਦਾਤ ਉਸ ਨੂੰ ਮਿਲਦੀ ਹੈ ਜਿੱਥੇ ਗੁਰਪ੍ਰਸਾਦ ਦਾ ਪਾਤਰ ਬਣਨਾ ਸਿੱਖ ਜਾਏ, ਗੁਰਪ੍ਰਸਾਦ ਤੱਕ ਪਹੁੰਚਣ ਦੀ ਗੱਲ ਸਿੱਖ ਜਾਏ। ਗੁਰੂ ਦਾ ਸ਼ਬਦ ਇੱਕ ਰਤਨ ਹੈ, ਔਰ ਇਹ ਰਤਨ ਨਾਮ ਰੂਪੀ ਹੀਰਾ ਜੜਿਆ ਹੋਇਆ ਹੈ। ਸਤਿਗੁਰ ਦੀ ਬਾਣੀ, ਸਤਿਗੁਰ ਦਾ ਸ਼ਬਦ ਪਰਮਾਤਮਾ ਦੀ ਬਖਸ਼ੀ ਹੋਈ ਇੱਕ ਅਮੋਲਕ ਦਾਤ ਹੈ, ਜਿਸ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਭਰੀ ਪਈ ਹੈ। ਜਿਹੜਾ ਮਨੁੱਖ ਇਸ ਬਾਣੀ ਨਾਲ ਆਪਣਾ ਮਨ ਜੋੜਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣ ਜਾਂਦਾ ਹੈ। ਤੇ ਉਹ ਜਿੱਥੇ ਉਹ ਪਿਆਰ ਬਣ ਜਾਂਦਾ ਹੈ, ਜਿੱਥੇ ਪ੍ਰੇਮ ਹੈ, ਉੱਥੇ ਹੀ ਆਤਮਕ ਆਨੰਦ ਹੈ। ਜਿੱਥੇ ਉਹ ਪ੍ਰੇਮ ਹੈ, ਉੱਥੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ। ਉਹ ਤਾਂ ਇਸ ਅਵਸਥਾ ਦੀਆਂ ਗੱਲਾਂ ਕਰਦਾ ਹੈ। ਉਹ ਮੇਰੇ ਗੱਲ ਸਮਝ ਲੈਂਦਾ ਕਿ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਸ਼ਬਦ ਛੇਤੀ ਮਨ ਮਿਲਿਆ, ਸੱਚਾ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇਹ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਆਨੰਦ ਸਾਹਿਬ ਹੈ ਨਾ, ਅਸੀਂ ਪੜ੍ਹਦੇ ਹਾਂ ਬਾਣੀ, ਅਸੀਂ ਪਾਠ ਕਰਦੇ ਹਾਂ, ਆਨੰਦ ਦੀ ਖੇਡ ਦੇ ਵਿੱਚ ਅਸੀਂ ਜਾਂਦੇ ਹਾਂ। ਉਸ ਆਨੰਦ ਦੇ ਪਾਸ ਅਸੀਂ ਜੋ ਰੋਜ਼ ਗੱਲਾਂ ਕਰਦੇ ਹਾਂ, ਅਸੀਂ ਫਿਰ ਖਿਆਲ ਕਰਕੇ ਦੇਖ ਲਈਏ। ਇਹ ਆਨੰਦ ਇਹ ਹੈ, ਇਹ ਸਾਗਰ, ਇਸ ਆਨੰਦ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਗੱਲ ਕੀਤੀ ਹੈ। ਉਹ ਕੀ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ? ਸਤਿਗੁਰੂ ਜੀ ਕਹਿੰਦੇ ਨੇ, ਓਏ ਭਲਿਆ, ਗੁਰ ਸਾਗਰ ਰਤਨੀ ਭਰਪੂਰ ਹੈ। ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਹਰਸ ਜੋਗ ਚੁਗੇ ਪ੍ਰਭ ਭਾਵੇ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੇ। ਕਿਆ ਬਗ ਬੱਪੜਾ ਛਪੜੀ ਨਹਾਏ, ਕੀਚੜ ਡੂਬੇ ਮੈਲ ਨਾ ਜਾਏ। ਗੁਰੂ ਤਾਂ ਇਹ ਗੱਲ ਸਾਨੂੰ ਸਮਝਾਉਂਦੇ ਨੇ ਕਿ ਭਲਿਆ, ਬਗਲਾ ਤਾਂ ਵਿਚਾਰਾ ਛੱਪੜੀਆਂ ਵਿੱਚ ਨਹਾਉਂਦਾ ਹੈ। ਕਦ ਲਈ ਨਹਾਉਂਦਾ ਹੈ? ਕੁਝ ਨਹੀਂ ਜੇ ਖੱਟਦਾ, ਉੱਥੋਂ ਕੁਝ ਨਹੀਂ ਜੇ ਮਿਲਦਾ। ਛੱਪੜੀ ਵਿੱਚ ਤਾਂ ਆਪਣੇ ਚੁੰਝਾਂ ਵੀ ਚਿੱਕੜ ਨਾਲ ਲਵੇੜ ਲੈਂਦਾ ਹੈ। ਛੱਪੜੀਆਂ ਨੂੰ ਉਹਦੀ ਮੈਲ ਦੂਰ ਨਹੀਂ ਹੋ ਸਕਦੀ। ਗੁਰੂ ਸਮੁੰਦਰ ਨੂੰ ਛੱਡ ਕੇ ਹੋਰ ਛੱਪੜੀਆਂ ਦੇ ਕੋਲ ਜਾਣ ਵਾਲਾ ਮਨੁੱਖ ਕਦੀ ਵੀ ਆਨੰਦ ਨਹੀਂ ਪਾ ਸਕਦਾ। ਗੁਰੂ ਸਾਗਰ ਨੂੰ ਛੱਡ ਕੇ ਹੋਰ ਆਸੇ ਭਾਲਦਾ ਮਨ, ਉਹ ਛੱਪੜੀਆਂ ਵਿੱਚ ਨਹਾਉਂਦਾ ਹੈ। ਛੱਪੜੀ ਵਿੱਚ ਨਹਾਉਣ ਨਾਲ ਚਿੱਕੜ ਲੱਗਦਾ ਹੈ, ਸਵੱਛਤਾ ਨਹੀਂ ਹੁੰਦੀ, ਪਵਿੱਤਰਤਾ ਨਹੀਂ ਹੁੰਦੀ, ਮਾਇਆ ਦਾ ਮੋਹ ਇਕੱਠਾ ਹੁੰਦਾ ਹੈ, ਆਤਮਕ ਆਨੰਦ ਨਹੀਂ ਬਣਦਾ। ਗੁਰੂ ਸਮੁੰਦਰ ਹੈ, ਗੁਰੂ ਦਾ ਰਤਨਾਂ ਨਾਲ ਭਰਿਆ ਹੋਇਆ ਹੈ। ਗੁਰਮੁਖ ਉਸ ਸਾਗਰ ਵਿੱਚੋਂ ਆਤਮਕ ਜੀਵਨ ਦੇਣ ਵਾਲੀ ਖੁਰਾਕ ਲੈਂਦਾ ਹੈ, ਜਿਹੜਾ ਗੁਰਮੁਖ ਹੈ। ਜਿਵੇਂ ਹੰਸ ਮੋਤੀ ਚੁਗਦੇ ਹਨ ਤੇ ਗੁਰੂ ਤੋਂ ਕਦੀ ਦੂਰ ਨਹੀਂ ਹੁੰਦੇ, ਗੁਰੂ ਕਾ ਸਿੱਖ ਹੰਸ ਰੂਪੀ ਬਣ ਕੇ ਗੁਰੂ ਦੇ ਚਰਨ ਸ਼ਰਨ ਵਿੱਚ ਰਹਿੰਦਾ ਹੈ ਤੇ ਗੁਰੂ ਤੋਂ ਕਦੀ ਦੂਰੀ ਨਹੀਂ ਲੈਂਦਾ, ਗੁਰੂ ਤੋਂ ਕਦੀ ਦੂਰੀ ਦੀ ਪ੍ਰਾਪਤੀ ਨਹੀਂ ਕਰਦਾ। ਪ੍ਰਭੂ ਦੀ ਮਿਹਰ ਅਨੁਸਾਰ ਇਹ ਪਿਆਰਾ ਹੰਸ ਨਾਮ ਰਸ ਦਾ ਚੋਗਾ ਚੁਗਦਾ ਹੈ ਤੇ ਗੁਰਮੁਖ ਹੰਸ ਇਸ ਗੁਰੂ ਦੇ ਸਾਗਰ ਵਿੱਚ ਟਿਕਿਆ ਰਹਿੰਦਾ ਹੈ ਤੇ ਫਿਰ ਉਸ ਜਿੰਦ ਦੇ ਮਾਲਕ ਨੂੰ ਲੱਭ ਲੈਂਦਾ ਹੈ, ਉਸ ਆਨੰਦ ਦੇ ਸੋਮੇ ਨੂੰ ਲੱਭ ਲੈਂਦਾ ਹੈ।
ਜਦੋਂ ਇਹ ਟਿਕ ਜਾਂਦਾ ਉੱਥੇ ਗੁਰਪ੍ਰਸਾਦ ਵਾਪਰਦਾ ਹੈ। ਜਿਹੜਾ ਗੁਰੂ ਸਿੱਖ ਹੰਸ ਇਸ ਮਾਨਸਰੋਵਰ ਸ਼ਬਦ ਨੂੰ ਛੱਡ ਕੇ ਨਹੀਂ ਜਾਂਦਾ, ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ, ਪ੍ਰੇਮਾ ਭਗਤੀ ਦੀ ਬਰਕਤ ਨਾਲ ਆਤਮਿਕ ਅਡੋਲਤਾ ਦੀ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ। ਜਿਹੜਾ ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਦਾ ਹੈ, ਜਿਹੜਾ ਗੁਰਸਿੱਖ ਹੰਸ ਗੁਰੂ ਦੇ ਸਰੋਵਰ ਵਿੱਚ ਟਿਕਦਾ ਹੈ, ਉਸ ਦੇ ਅੰਦਰ ਗੁਰੂ ਸਰੋਵਰ ਆਪਣਾ ਆਪ ਪ੍ਰਗਟ ਕਰ ਦਿੰਦਾ ਹੈ। ਉੱਥੇ ਫਿਰ ਉਹਦੇ ਅੰਦਰ ਗੁਰੂ ਵਸ ਪੈਂਦਾ ਹੈ। ਉਹ ਸਿੱਖ ਦੇ ਅੰਦਰ ਗੁਰੂ ਦਾ ਵਾਸਾ ਹੋ ਜਾਂਦਾ ਹੈ। ਆਤਮਿਕ ਅਵਸਥਾ ਦਾ ਇਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਸਿਰਫ ਕਹਿ ਸਕਦੇ ਹਾਂ ਕਿ ਗੁਰੂ ਦੇ ਬਚਨਾਂ ਤੋਂ ਤੁਰ ਕੇ ਉਹ ਫਿਰ ਇੱਥੇ ਉੱਥੇ ਸੁਖ ਆਨੰਦ ਹੀ ਆਨੰਦ ਹੈ। ਉੱਥੇ ਆਨੰਦ ਹੀ ਆਨੰਦ ਹੈ। ਤੇ ਸਦਾ ਆਨੰਦ ਤਾਂ ਨਹੀਂ ਵਿਯੋਗ ਹੈ। ਉਹ ਅਵਸਥਾ ਦੀ ਗੱਲ ਹੈ। ਇਹ ਗੁਰੂ ਸਾਗਰ ਹੈ। ਜਿੰਨੇ ਮਰਜ਼ੀ ਬੋਲ ਸੰਸਾਰ ਵਿੱਚੋਂ ਅਸੀਂ ਮਾਇਆ ਇਕੱਠੀ ਕਰ ਲਈਏ, ਗੱਲ ਤਾਂ ਨਹੀਂ ਬਣ ਸਕਦੀ, ਕਿਉਂਕਿ ਆਤਮਿਕ ਬਰਕਤ, ਆਤਮਿਕ ਆਨੰਦ ਗੁਰੂ ਦੇ ਸ਼ਬਦ ਦੇ ਹੀਰਿਆਂ ਨਾਲ ਜੜਿਆ ਹੋਇਆ ਹੈ। ਗੁਰੂ ਸ਼ਬਦ ਦੀ ਲਹਿਰ ਦਾ ਆਨੰਦ ਹੀ ਅਸਲ ਆਨੰਦ ਹੈ। ਇਸ ਦੀਵੀ ਰਹਿਣ ਵਾਲਾ ਹੈ। ਸਰੀਰ ਨਾਸ਼ਵਾਨ ਹੈ, ਪਰ ਸ਼ਬਦ ਤੋਂ ਪ੍ਰਕਾਸ਼ ਹੋਇਆ ਆਨੰਦ ਕਦੀ ਵੀ ਨਹੀਂ ਮੁੱਕਦਾ। ਸਰੀਰ ਨਾਸ਼ਵਾਨ ਹੈ, ਪਰ ਸ਼ਬਦ ਤੋਂ ਪ੍ਰਾਪਤ ਹੋਇਆ ਇਹ ਆਨੰਦ ਐਸਾ ਹੈ ਜਿੱਥੇ ਖੇੜਾ ਹੀ ਖੇੜਾ ਹੈ। ਗੁਰੂ ਸਮੁੰਦਰ ਮਿਲਿਆ, ਸ਼ਬਦ ਮਿਲਿਆ, ਆਨੰਦ ਮਿਲਿਆ। ਫਿਰ ਉੱਥੇ ਕੀ ਹੋਇਆ? ਉੱਥੇ ਤਾਂ ਫਿਰ ਇਹ ਅਵਸਥਾ ਬਣ ਗਈ। ਕਿਹੜੀ? ਜਿਹਨੂੰ ਅਸੀਂ ਰੋਜ਼ ਅਸੀਂ ਪੜ੍ਹਦੇ ਹਾਂ, ਜਿਹਨੂੰ ਰੋਜ਼ ਅਸੀਂ ਗੱਲ ਕਰਦੇ ਹਾਂ। ਕੀ? ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਧਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਨਤੇ ਪਨੀਤ ਕਹਤੇ ਪਵਿੱਤ, ਸਤਿਗੁਰ ਹੈ ਭਰਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ, ਅਨਹਦ ਤੂਰੇ। ਉਹ ਵੱਡੇ ਭਾਗਾਂ ਵਾਲਿਓ, ਆਨੰਦ ਇਹ ਅਵਸਥਾ ਹੈ, ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ, ਸਾਰੇ ਸੰਕਲਪ ਪੂਰੇ ਹੋ ਜਾਂਦੇ ਹਨ, ਸਿਰੇ ਚੜ ਜਾਂਦੇ ਹਨ। ਇੱਥੇ ਪਰਮ ਆਤਮਾ ਪ੍ਰਭੂ ਨਾਲ ਮੇਲ ਹੋ ਜਾਂਦਾ ਹੈ। ਸਾਰੇ ਚਿੰਤਾ ਝੋਰੇ ਖਤਮ ਹੋ ਜਾਂਦੇ ਹਨ। ਅਕਾਲ ਪੁਰਖ ਦੀ ਸਿਫਤ ਸਲਾਹ ਦੀ ਬਾਣੀ ਸੁਣਦਿਆਂ ਹੀ ਸਾਰੇ ਦੁੱਖ ਰੋਗ ਕਲੇਸ਼ ਮਿਟ ਗਏ। ਭਾਵ ਇਹ ਦੁੱਖ ਰੋਗ ਕਲੇਸ਼ਾਂ ਨੂੰ ਜਰਨ ਸ਼ਕਤੀ ਆ ਗਈ, ਲੰਬਾ ਨਾ ਹੋਇਆ। ਫਿਰ ਉਹ ਕਹਿੰਦਾ ਅੱਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਫਿਰ ਉਹ ਬੋਲਦਾ ਹੈ, ਜਿਹੜੇ ਪਿਆਰੇ ਗੁਰੂ ਦੀ ਸਿਫਤ ਸਲਾਹ ਦੀ ਬਾਣੀ ਨਾਲ ਸਾਂਝ ਪਾਉਣੀ ਸਿੱਖ ਲੈਂਦੇ ਨੇ, ਉਹਨਾਂ ਦੇ ਹਿਰਦੇ ਵਿੱਚ ਖੇੜਾ ਆਉਂਦਾ ਹੈ। ਇਸ ਬਾਣੀ ਨੂੰ ਸੁਣਨ ਵਾਲੇ, ਉਚਾਰਨ ਵਾਲੇ ਸਭ ਪਵਿੱਤਰ ਆਤਮਿਕ ਜੀਵਨ ਵਾਲੇ ਹੋ ਜਾਂਦੇ ਹਨ। ਇਹ ਬਾਣੀ ਉਹਨਾਂ ਨੂੰ ਸਤਿਗੁਰੂ, ਇਸ ਬਾਣੀ ਵਿੱਚ ਉਹਨਾਂ ਨੂੰ ਸਤਿਗੁਰੂ ਹੀ ਦਿਸਦਾ ਹੈ। ਜਿਹਦੀ ਬਾਣੀ ਪੜ੍ਹਦਿਆਂ ਗੁਰੂ ਦਾ ਦਰਸ਼ਨ ਹੋਇਆ, ਗੁਰੂ ਸੱਚਮੁੱਚ ਗੁਰੂ ਦੇ ਬੋਲਾਂ ਵਿੱਚ ਗੁਰੂ ਦਾ ਦੀਦਾਰ ਹੁੰਦਾ ਹੈ। ਇਹ ਧਿਆਨ ਕਿਤੇ ਹੋਰ, ਪੜ੍ਹ ਕਿਤੇ ਹੋਰ ਰਹੇ ਆ। ਸਾਡਾ ਤਾਂ ਇਹੋ ਹੀ ਹਾਲ ਹੈ। ਅਸੀਂ ਤਾਂ ਜਪਜੀ ਪੜ੍ਹਦੇ ਰਹਿਰਾਸ ਦੇ ਸ਼ਬਦ ਵਿੱਚ ਜਾ ਵੜਦੇ ਆ, ਰਹਿਰਾਸ ਪੜ੍ਹਦੇ ਜਪਜੀ ਦਾ ਸ਼ਬਦ ਪੜ੍ਹ ਲਈਦਾ। ਸੋਦਰ ਦੀ ਪਤਾ ਹੀ ਨਹੀਂ ਅਸੀਂ ਪੜ੍ਹ ਕੀ ਰਹੇ ਹਾਂ। ਸਾਨੂੰ ਗੁਰੂ ਕਿੱਥੇ ਦਿਸਦਾ ਹੈ? ਇਸ ਸ਼ਬਦ ਵਿੱਚ ਗੁਰੂ ਕਿੱਥੋਂ ਦਿਸੇਗਾ? ਜਿਹੜੇ ਬੰਦੇ ਗੁਰੂ ਦੇ ਚਰਨੀ ਲੱਗਦੇ ਹਨ, ਉਹਨਾਂ ਦੇ ਅੰਦਰ ਲਗਾਤਾਰ ਇੱਕ ਰਸ, ਨਾ ਟੁੱਟਣ ਵਾਲੀ ਖੁਸ਼ੀ ਦੇ ਵਾਜੇ ਵੱਜਦੇ ਹਨ, ਤੂਰੇ ਵਾਜੇ ਵੱਜਦੇ ਹਨ। ਉੱਥੇ ਆਤਮਿਕ ਆਨੰਦ ਹੁੰਦਾ ਹੈ। ਇਹ ਆਤਮਿਕ ਆਨੰਦ ਦੇ ਲੱਛਣ ਕੀ ਹਨ? ਭਟਕਣਾ ਦੂਰ ਹੋ ਗਈ, ਚਿੰਤਾ ਝੋਰੇ ਮਿਟ ਗਏ, ਦੁੱਖ ਰੋਗ ਕਲੇਸ਼ ਉਸ ਉੱਤੇ ਜ਼ੋਰ ਨਾ ਪਾ ਸਕੇ। ਆਨੰਦ ਦੀ ਅਵਸਥਾ ਸਤਿਗੁਰ ਦੀ ਬਾਣੀ ਤੋਂ ਮਿਲਦੀ ਹੈ, ਗੁਰੂ ਸ਼ਬਦ ਤੋਂ ਮਿਲਦੀ ਹੈ, ਗੁਰ ਪ੍ਰਸਾਦ ਤੋਂ ਮਿਲਦੀ ਹੈ।
ਇਹ ਬਾਣੀ ਨੂੰ ਗਾਣ ਵਾਲਿਆਂ ਸੁਣਨ ਵਾਲਿਆਂ ਦੇ ਜੀਵਨ ਉੱਚੇ ਹੋ ਜਾਂਦੇ ਹਨ। ਇਸ ਬਾਣੀ ਵਿੱਚੋਂ ਪ੍ਰਤੱਖ ਸਤਿਗੁਰੂ ਹੀ ਦਿਸਦਾ ਹੈ, ਪ੍ਰਤੱਖ ਸਤਿਗੁਰੂ ਹੀ ਦਿਸਦਾ ਹੈ। ਇਸ ਬਾਣੀ ਵਿੱਚੋਂ ਗੁਰੂ ਤੱਕ ਗੁਰੂ ਦਾ ਦੀਦਾਰ ਹੁੰਦਾ ਹੈ। ਤੇ ਜਦੋਂ ਇਹ ਬਾਣੀ ਵਿੱਚੋਂ ਗੁਰੂ ਦਾ ਦੀਦਾਰ ਹੋ ਜਾਏ, ਫਿਰ ਹੁੰਦਾ ਕੀ ਹੈ? ਬੰਦਾ ਕਹਿੰਦਾ ਕੀ ਹੈ? ਕਮਾਲ ਦੇ ਬੋਲ ਬੋਲ ਉੱਠਦਾ, ਕਮਾਲ ਦੇ ਬੋਲ। ਕੱਲ ਫਿਰ ਕਹਿੰਦਾ, ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ, ਹੋ ਮਨ ਤਨ ਦੇਵਾ ਸਤਿਗੁਰੈ, ਮੈਂ ਮੇਲੇ ਪ੍ਰਭ ਗੁਣ ਤਾਸੇ। ਧਨ ਧਨ ਗੁਰ ਵੱਡ ਪੁਰਖ ਹੈ, ਮੈਂ ਦੱਸੇ ਹਰ ਸ਼ਾਬਾਸੇ, ਵਡ ਭਾਗੀ ਹਰ ਪਾਇਆ, ਜਨ ਨਾਨਕ ਨਾਮ ਵਿਗਾਸੇ। ਉਹ ਸੰਤ ਜਨੋ ਮੈਨੂੰ ਪਿਆਰਾ ਮਿਲ ਗਿਆ ਹੈ, ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮਿਲ ਗਿਆ ਹੈ। ਉਹਦੀ ਮਿਹਰ ਨਾਲ ਮੇਰੀ ਪਿਆਸ ਮੁੱਕ ਗਈ ਜੇ, ਖਤਮ ਹੋ ਗਈ ਹੈ। ਉਹ ਗੁਣਾਂ ਦੇ ਖਜ਼ਾਨੇ ਪਰਮਾਤਮਾ ਨਾਲ ਮਿਲਾ ਰਿਹਾ ਹੈ, ਉਹਨੇ ਮੈਨੂੰ ਮਿਲਾ ਲਿਆ ਹੈ। ਮੈਂ ਆਪਣਾ ਮਨ ਤਨ ਆਪਣੇ ਗੁਰੂ ਅੱਗੇ ਰੱਖ ਦਿੱਤਾ ਹੈ। ਉਹ ਭਾਈ, ਉਹ ਗੁਰੂ ਸਲਾਹੁਣ ਯੋਗ ਹੈ, ਉਹ ਗੁਰੂ ਮਹਾਂਪੁਰਖ ਹੈ, ਉਸ ਗੁਰੂ ਨੂੰ ਸ਼ਾਬਾਸ਼ ਹੈ। ਗੁਰੂ ਮੈਨੂੰ ਪਰਮਾਤਮਾ ਦੀ ਰਸਤਾ ਦੱਸ ਦਿੰਦਾ ਹੈ, ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਜਿਨ੍ਹਾਂ ਨੂੰ ਵੱਡੇ ਭਾਗਾਂ ਨਾਲ ਮਿਲ ਗਿਆ, ਉਹ ਮਨੁੱਖ ਗੁਰੂ ਮਿਲ ਗਿਆ, ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਆਤਮਕ ਅਡੋਲਤਾ ਦੇ ਨਾਲ ਭਰਪੂਰ ਸ਼ਰਾਸ਼ਾਰ ਹੋ ਜਾਂਦਾ ਹੈ। ਉੱਥੇ ਆਨੰਦ ਹੀ ਆਨੰਦ ਹੈ। ਉੱਥੇ ਤਾਂ ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾਹਾ, ਘਰ ਆਵੋ ਚਿਰੀ ਵਿੱਚ ਸੁਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ, ਹੋਂ ਤੁਝ ਬਾਝੋਂ ਖਰੀ ਉਡੀਣੀਆਂ, ਜਿਉ ਜਲ ਬਿਨ ਮੀਨ ਮਰਾਹਾ, ਬੜ ਭਾਗੀ ਹਰ ਧਿਆਇਆ, ਜਨ ਨਾਨਕ ਨਾਮ ਸਮਾਹਾ ਦੀ ਅਵਸਥਾ ਤੇ ਜਾ ਪਹੁੰਚਦਾ ਹੈ। ਉੱਥੇ ਹੀਰਿਆਂ ਨਾਲ ਜੜਿਆ ਹੋਇਆ ਇਹ ਸ਼ਬਦ ਦਾ ਆਨੰਦ, ਸ਼ਬਦ ਭਰਪੂਰ। ਇੱਥੇ ਰਤਨ ਰਤਨ ਜਵਾਹਰ ਜਵਾਹਰ ਹਨ। ਮਿਲਦਾ ਕਿਵੇਂ ਹੈ ਜੀ? ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਉਹ ਹੈ ਗੁਰ ਪ੍ਰਸਾਦ। ਉਹ ਕੀ ਹੈ? ਗੁਰ ਪ੍ਰਸਾਦ ਉਹ ਇਹ ਆਨੰਦ ਪਾਵੇ, ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਹੈ। ਜੇ ਸਿਮਰਤ ਮਨ ਹੋਏ ਪ੍ਰਗਾਸਾ, ਤਾਂ ਕਿ ਗਤਮਿਤ ਕਹਿਣ ਨਾ ਜਾਵੇ। ਬਿਆਨ ਤੋਂ ਬਾਹਰ ਹੈ। ਕਿ ਸ਼ਬਦਾਂ ਨਾਲ ਬੋਲਣ ਦਾ ਇੱਕ ਛੋਟਾ ਜਿਹਾ ਯਤਨ ਕੀਤਾ ਹੈ। ਇਸ ਅਵਸਥਾ ਨੂੰ ਮਾਣਿਆ ਹੀ ਜਾ ਸਕਦਾ ਹੈ, ਦੱਸਿਆ ਨਹੀਂ ਜਾ ਸਕਦਾ। ਅੱਗੋਂ ਵੀ ਆਪਾਂ ਇਹਦੀ ਵਿਚਾਰ ਥੋੜ੍ਹੀ ਹੋਰ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।